ਬਲੂ ਚਿਪ ਸਟਾਕਸ ਜੋ ਕਿ 200% ਤੋਂ ਲੈ ਕੇ 2000% ਤੱਕ 5 ਸਾਲਾਂ ਦੇ ਵਿੱਚ ਗਰੋਥ ਇਹਨਾਂ ਸਟਾਕਸ ਦੀ ਹੋਈ ਆ ਤੇ ਇਹ ਸਟਾਕਸ ਜਿਹੜੇ ਜਾਂ ਇਹ ਕੰਪਨੀਆਂ ਕਦੀ ਵੀ ਇਹਨਾਂ ਦੀ ਜਿਹੜੀ ਅਰਨਿੰਗ ਆ ਉਹ ਮਿਸਡ ਨਹੀਂ ਹੋਈ ਤੇ ਇਹਨਾਂ ਦਾ ਰੈਵਨਿਊ ਅਰਨਿੰਗ ਸਾਰਾ ਕੁਝ ਗਰੋ ਹੀ ਕੀਤਾ। ਆਉਣ ਵਾਲੇ ਟਾਈਮ ਦੇ ਵਿੱਚ ਹੋਰ ਇਹ 2-4 ਸਾਲਾਂ ਦੇ ਵਿੱਚ ਜੋ ਅੱਜ ਸਟਾਕ ਦਾ ਪ੍ਰਾਈਸ ਆ ਅੱਜ ਤੋਂ 2 ਜਾਂ 4 ਸਾਲਾਂ ਦੇ ਵਿੱਚ ਡਬਲ ਹੋ ਜਾਊਗਾ। ਇਸ ਕਰਕੇ ਪੂਰੀ ਵੀਡੀਓ ਧਿਆਨ ਦੇ ਨਾਲ ਦੇਖਿਓ। ਜੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ, ਆਪਣਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ। ਜਿਹੜੇ ਟ੍ਰੇਡਿੰਗ ਜਾਂ ਇਨਵੈਸਟਿੰਗ ਕਰਦੇ ਆ ਲੌਂਗ ਟਰਮ ਦੇ ਲਈ ਇਨਵੈਸਟਿੰਗ ਕਰੋ, ਚੰਗੀਆਂ ਕੰਪਨੀਆਂ ਦੇ ਵਿੱਚ ਕਰੋ, ਤੁਹਾਡਾ ਪੈਸਾ ਜ਼ਰੂਰ ਗਰੋ ਕਰੇਗਾ। ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਵੈਲਿਊ ਸਟਾਕਸ ਦੱਸਾਂ ਜਾਂ ਜਿਨ੍ਹਾਂ ਦੇ ਵਿੱਚ ਤੁਸੀਂ ਪੈਸਾ ਲਾ ਕੇ ਤੁਹਾਡਾ ਪੈਸਾ ਗਰੋ ਕਰ ਸਕੇ, ਕਿਉਂਕਿ ਮੈਂ ਵੀ ਇਨਵੈਸਟਿੰਗ ਕਰਦਾ, ਮੈਂ ਵੀ ਇਹੀ ਚਾਹੁੰਦਾ ਕਿ ਮੇਰਾ ਪੈਸਾ ਹਮੇਸ਼ਾ ਗਰੋ ਕਰੇ, ਵਧੀਆ ਕੰਪਨੀਆਂ ਦੇ ਵਿੱਚ ਮੈਂ ਲਾਉਣਾ। ਤੇ ਇਸ ਵੀਡੀਓ ਦੇ ਵਿੱਚ 4 ਸਟਾਕਸ ਮੈਂ ਜਿਹੇ ਦੱਸਾਂਗਾ ਜਿਹੜੇ ਕਿ ਪਿਛਲੇ 4 ਸਾਲਾਂ ਤੋਂ 2016-17 ਤੋਂ ਲੈ ਕੇ ਹੁਣ ਤੱਕ ਬਹੁਤ ਪਰਸੈਂਟ ਵਧੇ ਨੇ ਤੇ ਇਹ ਕੰਪਨੀਆਂ ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰਦੀਆਂ ਤੇ ਇਹਨਾਂ ਕੰਪਨੀਆਂ ਦੇ ਬਾਰੇ ਵਿੱਚ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਤੁਸੀਂ ਆਪਣੀ ਰਿਸਰਚ ਆਪ ਜ਼ਰੂਰ ਕਰਿਓ ਇਹ ਕੰਪਨੀਆਂ ਦੇ ਬਾਰੇ ਵਿੱਚ ਪੈਸੇ ਲਗਾਉਣ ਤੋਂ ਪਹਿਲਾਂ। ਜੇ ਕੰਪਨੀਆਂ ਤੁਹਾਨੂੰ ਵਧੀਆ ਲੱਗਣਗੀਆਂ ਤਾਂ ਲੌਂਗ ਟਰਮ ਲਈ ਇਨਵੈਸਟਿੰਗ ਕਰਿਓ, ਸ਼ਾਰਟ ਟਰਮ ਲਈ ਜੇ ਤੁਸੀਂ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਜ਼ਿਆਦਾ ਕੋਈ ਫਾਇਦਾ ਹੋ ਸਕਦਾ। ਪਹਿਲੇ ਸਟਾਕ ਦਾ ਨਾਮ ਹੈ Etsy। ਇਹ ਇੱਕ Amazon ਜਾਂ Shopify ਦੀ ਤਰ੍ਹਾਂ ਆਨਲਾਈਨ ਪਲੇਟਫਾਰਮ ਆ। ਇਸ ਦੇ ਉੱਤੇ ਤੁਸੀਂ ਆਨਲਾਈਨ ਆਪਣੀ ਸ਼ਾਪ ਬਣਾ ਕੇ ਕੁਝ ਵੀ ਪ੍ਰੋਡਕਟ ਵੇਚ ਸਕਦੇ ਆ, ਜਿਵੇਂ ਕਿ ਹੈਂਡਮੇਡ ਟੀ-ਸ਼ਰਟਸ। ਤੁਸੀਂ ਹੈਂਡਮੇਡ ਕੋਈ ਵੀ ਚੀਜ਼ ਬਣਾਉਣੇ ਆ, ਇੱਕ ਤਾਂ ਹੁੰਦਾ ਕੁਝ ਬਣਿਆ ਬਣਾਇਆ ਤੁਸੀਂ ਵੇਚਦੇ ਆ ਜਿਵੇਂ Amazon ਜਾਂ Shopify ਦੇ। ਇਸ ਦੇ ਉੱਤੇ ਤੁਸੀਂ ਘਰ ਕੋਈ ਵੀ ਚੀਜ਼ ਬਣਾ ਕੇ ਵੇਚ ਸਕਦੇ ਆ। ਇਹ Etsy ਜਿਹੜਾ ਸਟਾਕ ਆ ਜਾਂ ਕੰਪਨੀ ਆ ਇਸ ਚੀਜ਼ ਲਈ ਪਪੂਲਰ ਆ ਤੇ ਇਹ ਕੰਪਨੀ ਬਹੁਤ ਗਰੋ ਕਰ ਰਹੀ ਹੈ ਤੇ ਆਉਣ ਵਾਲੇ ਫਿਊਚਰ ਦੇ ਵਿੱਚ ਹੋਰ ਵੀ ਜ਼ਿਆਦਾ ਗਰੋ ਕਰੇਗੀ। ਇਸ ਕੰਪਨੀ ਦੇ ਬਾਰੇ ਵਿੱਚ ਪੂਰੀ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਇਹ ਬਲੂ ਚਿਪ ਸਟਾਕਸ ਦੇ ਵਿੱਚ ਆਉਂਦਾ ਤੇ ਇਸ ਕੰਪਨੀ ਦੀ ਜਿਹੜੀ ਅਰਨਿੰਗ ਆ ਉਹ ਕਦੀ ਵੀ ਮਿਸ ਨਹੀਂ ਹੋਈ, ਮਤਲਬ ਕਿ ਇਹਨਾਂ ਨੇ ਬੀਟ ਹੀ ਕੀਤਾ। ਹਰੇਕ ਕੁਆਟਰ ਦੇ ਵਿੱਚ ਇਹਨਾਂ ਦੀ ਜਿਹੜੀ ਅਰਨਿੰਗ ਆ ਉਹ ਪਲੱਸ ਦੇ ਵਿੱਚ ਆਈ ਆ। ਇਸ ਕਰਕੇ ਇਹ ਸਟਾਕ ਜਿਹੜਾ ਗਰੋ ਕਰ ਰਿਹਾ। 2016 ਦੇ ਵਿੱਚ ਇਸ ਸਟਾਕ ਦਾ ਪ੍ਰਾਈਸ $9 ਸੀ ਤੇ 2021 ਦੇ ਵਿੱਚ ਇਸ ਦਾ ਪ੍ਰਾਈਸ $205 ਹੋ ਚੁੱਕਾ। ਥੋੜਾ ਟਾਈਮ ਪਹਿਲਾਂ ਮਾਰਕੀਟ ਦੇ ਵਿੱਚ ਕਰੈਕਸ਼ਨ ਵੀ ਹੋਈ, ਮੇਰੇ ਹਿਸਾਬ ਨਾਲ ਇਹ $250 ਦੇ ਕਰੀਬ ਸੀ, ਪਰ ਇਸ ਵੇਲੇ 205 ਦੇ ਕਰੀਬ ਆ ਤੇ ਇਸ ਸਟਾਕ ਦੀ 5 ਸਾਲਾਂ ਦੇ ਵਿੱਚ 2000% ਤੋਂ ਵੱਧ ਗਰੋਥ ਹੋਈ ਆ। $9 ਤੋਂ ਲੈ ਕੇ $200 ਤੱਕ ਆ ਗਿਆ। ਇਸ ਕਰਕੇ ਮੈਨੂੰ ਲੱਗਦਾ ਕਿ ਜੇ ਇਹ ਇਨ ਫਿਊਚਰ ਦੇ ਵਿੱਚ ਹੋਰ 5 ਸਾਲ ਤੁਸੀਂ ਇਸ ਤੇ ਲਾ ਲਓ, ਜੇ ਇਹ 2000% ਨਹੀਂ ਤਾਂ 1000% ਵੀ ਵਧੀਆ ਤੇ ਇਹ ਕਰੀਬ 400 ਜਾਂ $350 ਦੇ ਕਰੀਬ ਹੋ ਸਕਦਾ। ਤੇ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਇਹ ਕੰਪਨੀ 'ਚ ਲਾਉਣਾ ਪੈਸਾ ਜਾਂ ਨਹੀਂ। ਮੈਂ ਸਿਰਫ ਫੈਕਟਸ ਦੀ ਗੱਲ ਕਰ ਰਿਹਾ ਜੋ ਇਸ ਕੰਪਨੀ ਦੇ ਵਿੱਚ ਆ। ਇਸ ਕੰਪਨੀ ਦੀ ਪ੍ਰਾਈਸ ਅਰਨਿੰਗ ਰੇਸ਼ੋ ਪਰ ਸਟਾਕ ਕਹਿ ਸਕਦੇ ਹਾਂ 53 ਦੇ ਕਰੀਬ ਆ ਤੇ ਇਸ ਕੰਪਨੀ ਦਾ ਰੈਵਨਿਊ 2017 ਦੇ ਵਿੱਚ 0.40 ਬਿਲੀਅਨ ਸੀ ਤੇ ਅਰਨਿੰਗ ਜਿਹੜੀ ਪਲੱਸ ਸੀ ਪਰ ਇੰਨੀ ਜ਼ਿਆਦਾ ਨਹੀਂ ਸੀ। ਪਰ 2018 ਦੇ ਵਿੱਚ ਰੈਵਨਿਊ 0.60 ਬਿਲੀਅਨ ਦਾ ਹੋ ਗਿਆ ਤੇ ਅਰਨਿੰਗ ਵੀ ਵਧ ਗਈ ਇਸ ਦੇ ਨਾਲ। ਤੇ 2019 ਦੇ ਵਿੱਚ ਇਸ ਕੰਪਨੀ ਦਾ ਰੈਵਨਿਊ 0.80 ਬਿਲੀਅਨ ਹੋ ਗਿਆ ਤੇ ਅਰਨਿੰਗ ਜਿਹੜੀ ਆ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਗਈ। ਪਰ 2020 ਦੇ ਵਿੱਚ ਲਾਸਟ ਈਅਰ ਦੇ ਵਿੱਚ ਇਹਨਾਂ ਦਾ ਜਿਹੜਾ ਰੈਵਨਿਊ ਡਬਲ ਤੋਂ ਵੀ ਜ਼ਿਆਦਾ ਹੋ ਗਿਆ, ਮਤਲਬ ਕਿ 1.70 ਬਿਲੀਅਨ ਤੇ ਅਰਨਿੰਗ ਜਿਹੜੀ ਆ ਟ੍ਰਿਪਲ ਹੋ ਗਈ ਪਹਿਲਾਂ ਦੇ 3 ਸਾਲਾਂ ਨਾਲੋਂ। ਇਸ ਕਰਕੇ ਹੁਣ 2021 ਦਾ ਜੇ ਇਹਨਾਂ ਦਾ ਦੇਖਿਆ ਜਾਵੇ, ਹੱਲੇ ਤੱਕ ਪੂਰਾ ਇਹਨਾਂ ਦਾ ਡਾਟਾ ਬਾਹਰ ਨਹੀਂ ਆਇਆ, ਪਰ 2 ਕੁਆਟਰ ਦੀ ਜਿਹੜੀ ਇਹਨਾਂ ਦੀ ਅਰਨਿੰਗ ਬਾਹਰ ਆਈ ਆ ਉਹ ਦੋਨੇ ਪਲੱਸ ਦੇ ਵਿੱਚ ਆ। ਇਹਨਾਂ ਨੇ ਬੀਟ ਕੀਤਾ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਆਉਣ ਵਾਲੇ 4-5 ਸਾਲਾਂ ਦੇ ਵਿੱਚ, ਜਿਵੇਂ ਕਿ Amazon ਜਾਂ Shopify $100 ਤੋਂ ਸਟਾਰਟ ਹੋ ਕੇ ਇਸ ਵੇਲੇ $1200 ਤੇ ਚਲ ਗਿਆ, Amazon 300 ਤੋਂ ਲੈ ਕੇ $3000 ਤੇ ਚਲ ਗਿਆ ਤੇ ਇਹ ਆਉਣ ਵਾਲੇ ਮੇਰੇ ਹਿਸਾਬ ਨਾਲ 4-5 ਸਾਲਾਂ ਦੇ ਵਿੱਚ $500 ਦੇ ਕਰੀਬ ਜ਼ਰੂਰ ਜਾਊਗਾ, ਕਿਉਂਕਿ ਇਹ ਗਰੋਥ ਸਟਾਕਸ ਦੇ ਵਿੱਚ ਵੀ ਆਉਂਦਾ। ਤੇ ਇਹ ਸੀਗੀ ਇਸ ਕੰਪਨੀ ਦੀ ਪੂਰੀ ਡਿਟੇਲ। ਇਸ ਕੰਪਨੀ ਦੇ ਬਾਰੇ ਵਿੱਚ ਤੁਸੀਂ ਆਪ ਰਿਸਰਚ ਕਰ ਸਕਦੇ ਆ, ਦੇਖ ਸਕਦੇ ਆ ਕਿ ਇਸ ਦੀ ਕੀ ਅਰਨਿੰਗ ਆ, ਜੋ ਵੀ ਮੈਂ ਦੱਸਿਆ ਉਹ ਰੀਅਲ ਹੈ ਜਾਂ ਨਹੀਂ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਆਪ ਲੈ ਸਕਦੇ ਹੋ। ਉਸ ਤੋਂ ਬਾਅਦ ਦੂਸਰੇ ਨੰਬਰ ਤੇ ਆਉਂਦਾ ਸਟਾਕ
ਸੇਲਸਫੋਰਸ ਜਾਂ ਕੰਪਨੀ, ਇਸ ਦਾ ਟਿੱਕਰ ਹੈਗਾ CRM। ਇਸ ਕੰਪਨੀ ਦੀ ਜਿਹੜੀ ਅਰਨਿੰਗ ਰੇਸ਼ੋ ਆ ਪ੍ਰਾਈਸ ਪਰ ਸ਼ੇਅਰ ਉਹ 51 ਆ ਕਰੀਬ। ਉਸ ਤੋਂ ਬਾਅਦ ਇਹਨਾਂ ਦੀ ਅਰਨਿੰਗ ਜਿਹੜੀ ਆ ਅੱਜ ਤੱਕ ਕਦੀ ਵੀ ਮਿਸਡ ਨਹੀਂ ਹੋਈ। ਮਿਸ ਦਾ ਮਤਲਬ ਕਿ ਕਦੀ ਵੀ ਇਹਨਾਂ ਨੇ ਮਾਈਨਸ ਦੇ ਵਿੱਚ ਅਰਨਿੰਗ ਨਹੀਂ ਦਿੱਤੀ। ਹਮੇਸ਼ਾ ਇਹਨਾਂ ਦਾ ਜਿਹੜਾ ਕੁਆਟਰਲੀ ਕੋਈ ਵੀ ਅਰਨਿੰਗ ਰਿਪੋਰਟ ਆਉਂਦੀ ਆ ਉਹ ਪਲੱਸ ਦੇ ਵਿੱਚ ਹੀ ਆਉਂਦੀ ਆ। ਇਹ ਕੰਪਨੀ ਕਲਾਊਡ ਕੰਪਿਊਟਿੰਗ ਸੋਲਿਊਸ਼ਨ ਦਿੰਦੀ ਆ ਕਸਟਮਰਸ ਦੇ ਵਿੱਚ, ਜਾਂ ਇਸ ਤਰ੍ਹਾਂ ਦਾ ਸਿਸਟਮ ਆ ਸਾਰਾ ਹੀ। ਇਸ ਕੰਪਨੀ ਦੇ ਬਾਰੇ ਵਿੱਚ ਪੂਰੀ ਡਿਟੇਲ ਤੁਸੀਂ ਪਹਿਲਾਂ ਆਪ ਜ਼ਰੂਰ ਲਿਓ ਜੇ ਇਸ ਦੇ ਵਿੱਚ ਇਨਵੈਸਟ ਕਰਨਾ। ਇਹ ਕੰਪਨੀ 2016 ਦੇ ਵਿੱਚ $79 ਤੇ ਸੀ ਕਰੀਬ, ਤੇ ਅੱਜ 2021 ਦੇ ਵਿੱਚ $244 ਤੇ ਪਹੁੰਚ ਚੁੱਕਾ, ਤੇ ਇਹ 207% 5 ਸਾਲਾਂ ਦੇ ਵਿੱਚ ਵਧਿਆ। ਜੇ 200% ਵੀ ਤੁਹਾਡਾ ਪੈਸਾ 5 ਸਾਲਾਂ ਦੇ ਵਿੱਚ ਹੋ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਐਸੀ ਜਗ੍ਹਾ ਹੈਗੀ ਆ ਜਿੱਥੇ ਅਸੀਂ ਪੈਸਾ ਰੱਖ ਕੇ ਆਪਣਾ ਡਬਲ ਵੀ ਕਰ ਸਕੀਏ। ਇੱਥੇ ਤਾਂ ਸਾਡਾ ਪੈਸਾ ਟ੍ਰਿਪਲ ਹੋਏਗਾ। ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਕਿ ਚੰਗੀਆਂ ਕੰਪਨੀਆਂ ਦੇ ਵਿੱਚ ਪੈਸਾ ਲਾਓ ਜਿਹੜੀਆਂ ਇਨ ਫਿਊਚਰ ਦੇ ਵਿੱਚ ਕੰਮ ਵੀ ਕਰਨ, ਫੰਡਾਮੈਂਟਲ ਤਰੀਕਾ ਵੀ ਹੋਵੇ, ਉਹਨਾਂ ਨੇ ਪਿੱਛੇ ਕੀ ਕੀਤਾ ਹੋਇਆ ਉਹ ਵੀ ਚੈੱਕ ਕੀਤਾ ਜਾਣਾ ਚਾਹੀਦਾ। ਇਸ ਕਰਕੇ ਹੀ ਤੁਸੀਂ ਇਨ ਫਿਊਚਰ ਦਾ ਜਿਹੜਾ ਡਿਸੀਜਨ ਲੈ ਸਕਦੇ ਆ। ਇਸ ਕੰਪਨੀ ਨੂੰ ਸਟਰੋਂਗ ਜਿਹੜੇ ਲੋਕ ਬਾਈ ਕਰ ਰਹੇ ਆ, ਇਹ ਵੀ ਤੁਸੀਂ ਪੂਰਾ ਡਾਟਾ ਹਮੇਸ਼ਾ ਦੇਖ ਸਕਦੇ ਆ। ਐਚਸੀ ਨੂੰ ਵੀ ਸਟਰੋਂਗ ਬਾਈ ਕਰ ਰਹੇ ਸੀ, ਇਸ ਕੰਪਨੀ ਨੂੰ ਵੀ ਸਟਰੋਂਗ ਬਾਈ ਕਰ ਰਿਹਾ। ਤੇ 2018 ਦੇ ਵਿੱਚ ਇਹਨਾਂ ਦਾ ਰੈਵਨਿਊ ਸਿਰਫ 11 ਬਿਲੀਅਨ ਸੀ ਤੇ ਅਰਨਿੰਗ ਜਿਹੜੀ ਪਲੱਸ ਦੇ ਵਿੱਚ ਸੀ। ਉਸ ਤੋਂ ਬਾਅਦ 2019 ਦੇ ਵਿੱਚ ਕੀ ਹੋਇਆ, ਰੈਵਨਿਊ ਜਿਹੜਾ 13 ਬਿਲੀਅਨ ਦਾ ਹੋ ਗਿਆ ਤੇ ਅਰਨਿੰਗ ਉਸ ਤੋਂ ਵੀ ਜ਼ਿਆਦਾ ਪਲੱਸ ਹੋ ਗਈ। ਤੇ 2020 ਦੇ ਵਿੱਚ ਰੈਵਨਿਊ ਜਿਹੜਾ 13 ਬਿਲੀਅਨ ਤੋਂ 17 ਬਿਲੀਅਨ ਤੇ ਆ ਗਿਆ ਤੇ ਅਰਨਿੰਗ ਹੋਰ ਵੀ ਪਲੱਸ ਦੇ ਵਿੱਚ ਹੋ ਗਈ। ਪਰ 2021 ਦੇ ਵਿੱਚ ਰੈਵਨਿਊ ਜਿਹੜਾ 20 ਬਿਲੀਅਨ ਹੋ ਗਿਆ ਤੇ ਅਰਨਿੰਗ ਜਿਹੜੀ ਆ 4 ਬਿਲੀਅਨ ਦੇ ਕਰੀਬ ਹੋ ਗਈ। ਮਤਲਬ ਕਿ ਕੰਪਨੀ ਨੇ ਆਪਣੀ ਅਰਨਿੰਗ ਵੀ ਵਧਾ ਰਹੀ ਆ, ਰੈਵਨਿਊ ਤਾਂ ਵਧੇ ਹੀ ਰਿਹਾ। ਜਦੋਂ ਕੰਪਨੀ ਨਾਲ ਅਰਨਿੰਗ ਵੀ ਬਣਾਉਂਦੀ ਆ, ਇਸ ਦਾ ਮਤਲਬ ਹੋ ਗਿਆ ਕਿ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਜਾ ਰਹੀ ਆ, ਉਹਨਾਂ ਤੋਂ ਕੈਸ਼ ਵੀ ਹੋ ਸਕਦਾ। ਇਹ ਸਾਰੀਆਂ ਕੰਪਨੀਆਂ ਦੇ ਕੋਲ ਕੈਸ਼ ਫਲੋ ਵੀ ਆ ਜਿਨ੍ਹਾਂ ਦੇ ਬਾਰੇ ਵਿੱਚ ਮੈਂ ਅੱਜ ਗੱਲ ਕਰ ਰਿਹਾ। ਤੇ ਇਹ ਕੰਪਨੀਆਂ ਦੀ PE ਰੇਸ਼ੋ ਵੀ ਬਹੁਤ ਵਧੀਆ, ਬਲੂ ਚਿਪ ਸਟਾਕਸ ਨੇ। ਇਨ ਫਿਊਚਰ ਦੇ ਵਿੱਚ ਇਹ ਕੰਪਨੀਆਂ ਦੇ ਬਹੁਤ ਤਕੜੇ ਫੰਡਾਮੈਂਟਲ ਸਟਰਕਚਰ ਨੇ, ਬਹੁਤ ਵਧੀਆ ਇਹਨਾਂ ਦੇ ਫਿਊਚਰ ਦੇ ਪਲਾਨ ਨੇ, ਪੂਰੇ ਇਹਨਾਂ ਨੇ ਦੱਸੇ ਹੋਏ ਨੇ। ਤੇ ਕੁਆਟਰਲੀ ਹਮੇਸ਼ਾ ਇਹ ਕੰਪਨੀਆਂ ਜਦੋਂ ਆਪਣੀ ਅਰਨਿੰਗ ਰਿਲੀਜ਼ ਕਰਦੀਆਂ ਤੇ ਹਮੇਸ਼ਾ ਬੀਟ ਦੇ ਵਿੱਚ ਹੀ ਰਹਿੰਦੀਆਂ। ਤੇ ਇਸ ਕਰਕੇ ਇਹ ਜਿਹੜਾ ਕੰਪਨੀ ਆ ਜਾਂ ਇਹ ਸਟਾਕ ਆ ਇਹ ਵੀ ਬਹੁਤ ਵਧੀਆ ਤੇ ਇਨ ਫਿਊਚਰ ਹੋਰ ਵਧੀਆ ਹੋ ਸਕਦਾ ਜੇ ਇਹ 5 ਸਾਲਾਂ ਦੇ ਵਿੱਚ ਅਪਰੋਕਸੀਮੇਟਲੀ 200% ਵਧਿਆ ਤੇ ਆਉਣ ਵਾਲੇ ਹੋਰ 5 ਸਾਲਾਂ ਦੇ ਵਿੱਚ ਜੇ ਇਹ 150% ਵੀ ਵੱਧ ਜਾਂਦਾ ਤੇ ਮੇਰੇ ਹਿਸਾਬ ਨਾਲ ਬਹੁਤ ਵਧੀਆ ਸਾਡੀ ਜਿਹੜੀ ਆ ਇਨਵੈਸਟਮੈਂਟ ਹੋ ਸਕਦੀ ਆ। ਇਸ ਕਰਕੇ ਇਹ ਵੀ ਬਹੁਤ ਵਧੀਆ ਕੰਪਨੀਆਂ, ਆਪਣੀ ਰਿਸਰਚ ਪਰ ਆਪ ਜ਼ਰੂਰ ਕਰਿਓ। ਤੇ ਤੀਸਰੇ ਨੰਬਰ ਤੇ ਕੰਪਨੀ ਦਾ ਨਾਮ ਹੈਗਾ ਮਾਈਕਰੋਸਾਫਟ ਦੇ ਬਾਰੇ ਵਿੱਚ ਸਾਰਿਆਂ ਨੂੰ ਪਤਾ, ਪੂਰੇ ਕੰਪਿਊਟਰ ਪੀਸੀਜ਼ ਨੂੰ ਚਲਾਉਣ ਲਈ, ਹੈਂਡੀਜ਼ ਨੂੰ ਚਲਾਉਣ ਲਈ ਜੋ ਵੀ ਕੰਪਨੀ ਇਹ ਕਰਦੀ ਆ ਸਾਰਿਆਂ ਨੂੰ ਪਤਾ। ਮਾਈਕਰੋਸਾਫਟ ਜਾਂ ਐਪਲ, ਇਹ ਦੋ ਕੰਪਨੀਆਂ ਜਿਹੜੀਆਂ, ਇਹ ਕੰਪਨੀ ਜਿਹੜੀ ਆ, ਇਸ ਕੰਪਨੀ ਦੀ ਵੀ ਅਰਨਿੰਗ ਜਿਹੜੀ ਆ ਮਿਸਡ ਨਹੀਂ ਹੋਈ। ਹਮੇਸ਼ਾ ਇਹਨਾਂ ਨੇ ਬੀਟ ਹੀ ਕੀਤਾ ਜਦੋਂ ਵੀ ਇਹਨਾਂ ਦਾ ਕੋਈ ਵੀ ਕੁਆਟਰਲੀ ਇਹਨਾਂ ਦੀ ਅਰਨਿੰਗ ਇਹਨਾਂ ਨੇ ਰਿਲੀਜ਼ ਕੀਤੀ ਆ। ਪ੍ਰਾਈਸ ਅਰਨਿੰਗ ਰੇਸ਼ੋ ਜਿਹੜੀ ਅਪਰੋਕਸੀਮੇਟਲੀ ਇਹਦੀ 37 ਆ, ਐਚਸੀ ਦੀ 53 ਸੀ, ਉਸ ਤੋਂ ਬਾਅਦ ਸੇਲਸਫੋਰਸ ਦੀ 51 ਸੀ ਤੇ ਇਸ ਦੀ 37 ਆ। ਇਹ ਕਿਉਂ 37 ਆ, ਥੋੜੀ ਜਿਹੀ ਘਟੀ ਕਿਉਂ ਆ, ਇਹ ਕਹਿ ਸਕਦੇ ਆ ਆਪਾਂ ਕਿਉਂਕਿ ਇਹ ਬਹੁਤ ਸਾਲਾਂ ਤੋਂ ਪਹਿਲਾਂ ਤਾਂ ਕੰਪਨੀ ਬਹੁਤ ਲੌਂਗ ਟਾਈਮ ਤੇ ਚੱਲ ਰਹੀ ਆ ਰਹੀ ਆ। ਉਸ ਤੋਂ ਬਾਅਦ ਇਹ ਕੰਪਨੀ ਜਿਹੜੀ ਟ੍ਰਿਲੀਅਨ ਦੇ ਵਿੱਚ ਇਹਦੀ ਮਾਰਕੀਟ ਕੈਪ ਹੋ ਚੁੱਕੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਹੋਰ ਜੇ 20 ਸਾਲ ਵੀ ਅਗਲੇ ਸੋਚਿਆ ਜਾਵੇ ਤਾਂ ਅੱਗੇ ਤੋਂ ਅੱਗੇ ਇਹ ਹੋਰ ਟ੍ਰਿਲੀਅਨ ਦੇ ਵਿੱਚ ਵਧੂਗੀ। ਮਤਲਬ ਕਿ ਜੇ ਅੱਜ 2 ਟ੍ਰਿਲੀਅਨ ਆ, 3 ਟ੍ਰਿਲੀਅਨ ਹੋ ਜਾਊਗੀ, 4 ਟ੍ਰਿਲੀਅਨ ਹੋ ਜਾਊਗੀ, ਵਧਣੀ ਹੀ ਵਧਣੀ ਆ ਕਿਉਂਕਿ ਇਹਦੇ ਵਿੱਚ ਲੋਕਾਂ ਨੇ ਬਹੁਤ ਪੈਸਾ ਇਨਵੈਸਟ ਕੀਤਾ ਹੋਇਆ ਤੇ ਉਸ ਨੂੰ ਹੋਲਡ ਕੀਤਾ ਹੋਇਆ ਕਿਉਂਕਿ ਇਹਦੇ ਵਿੱਚ ਡਿਵੀਡੈਂਡ ਵੀ ਮਿਲਦੇ ਆ। ਤੇ ਇਸ ਕੰਪਨੀ ਦਾ ਜਿਹੜਾ 2016 ਦੇ ਵਿੱਚ ਸਟਾਕ ਸੀਗਾ ਉਹ $51 ਤੇ ਸੀ ਤੇ ਇਸ ਵੇਲੇ 2021 ਦੇ ਵਿੱਚ $270 ਹੋ ਚੁੱਕਾ ਤੇ ਇਹ ਲਗਭਗ 4 ਤੋਂ 5 ਸਾਲਾਂ ਦੇ ਵਿੱਚ 429% ਵੱਧ ਗਿਆ ਤੇ ਇਸ ਨੂੰ ਲੋਕ ਸਟਰੋਂਗ ਬਾਏ ਕਰ ਰਹੇ ਆ। ਤੇ ਬਾਏ ਕਰਕੇ ਸਭ ਤੋਂ ਵੱਡੀ ਗੱਲ, ਇਸ ਕੰਪਨੀ ਨੂੰ ਹੋਲਡ ਬਹੁਤ ਕਰ ਰਹੇ ਆ। ਜਿਵੇਂ ਕਿ ਹੋਰ ਕੰਪਨੀਆਂ ਹੋ ਸਕਦੀਆਂ ਲੋਕ ਬਾਏ ਤਾਂ ਕਰਦੇ ਆ ਪਰ ਜਦੋਂ ਪ੍ਰੋਫਿਟ ਮਿਲਦਾ ਤੇ ਸੈਲ ਕਰ ਦਿੰਦੇ ਆ, ਪਰ ਇਹ ਕੰਪਨੀਆਂ ਜਿਸ ਨੂੰ ਸਟਰੋਂਗਲੀ ਬਾਏ ਕਰ ਰਹੇ ਆ ਤੇ ਉਸ ਤੋਂ ਬਾਅਦ ਹੋਲਡ ਵੀ ਕਰ ਰਹੇ ਆ। ਤੇ ਉਸ ਤੋਂ ਬਾਅਦ ਰੈਵਨਿਊ ਦੀ ਗੱਲ ਕਰਦੇ ਆ। ਰੈਵਨਿਊ 2017 ਦੇ ਵਿੱਚ ਇਸ ਕੰਪਨੀ ਦਾ 97 ਬਿਲੀਅਨ ਸੀ, ਅਰਨਿੰਗ ਜਿਹੜੀ 25 ਬਿਲੀਅਨ ਸੀ। ਪਰ 2018 ਦੇ ਵਿੱਚ ਜਿਹੜਾ ਰੈਵਨਿਊ ਹੋਰ ਵੱਧ ਗਿਆ, 110 ਬਿਲੀਅਨ ਹੋ ਗਿਆ। ਉਸ ਤੋਂ ਬਾਅਦ ਅਰਨਿੰਗ ਜਿਹੜੀ ਆ ਉਹ 10 ਬਿਲੀਅਨ ਹੋ ਗਈ। 2018 ਦੀ ਅਰਨਿੰਗ ਥੋੜੀ ਜਿਹੀ ਘਟੀ ਪਰ ਰੈਵਨਿਊ ਬਹੁਤ ਵੱਧ ਗਿਆ। ਉਸ ਤੋਂ ਬਾਅਦ 2019 ਦੇ ਵਿੱਚ ਇਹ ਕੰਪਨੀ ਨੇ 120 ਬਿਲੀਅਨ ਦਾ ਰੈਵਨਿਊ ਬਣਾਇਆ ਤੇ ਅਪਰੋਕਸੀਮੇਟਲੀ ਅਰਨਿੰਗ ਜਿਹੜੀ 40 ਬਿਲੀਅਨ ਹੋ ਗਈ। ਮਤਲਬ ਕਿ
ਇਹਨਾਂ ਨੇ ਡਬਲ ਕਰ ਲਈ 19 ਦੇ ਵਿੱਚ। ਜਦੋਂ 2020 ਦੇ ਵਿੱਚ ਇਸ ਕੰਪਨੀ ਨੇ ਆਪਣੀ ਅਰਨਿੰਗ ਰਿਲੀਜ਼ ਕੀਤੀ, ਰੈਵਨਿਊ ਜਿਹੜਾ 145 ਬਿਲੀਅਨ ਦਾ ਸੀ ਤੇ ਅਰਨਿੰਗ 37 ਬਿਲੀਅਨ ਦਾ ਸੀ। ਇੱਥੋਂ ਪਤਾ ਲੱਗਦਾ ਇਹ ਕੰਪਨੀ ਹਰ ਸਾਲ ਕਿਸ ਤਰ੍ਹਾਂ ਆਪਣਾ ਰੈਵਨਿਊ ਵਧਾਉਂਦੀ ਜਾ ਰਹੀ ਆ, ਕਿਸ ਤਰ੍ਹਾਂ ਆਪਣੀ ਅਰਨਿੰਗ ਵੀ ਵਧਾਉਂਦੀ ਜਾ ਰਹੀ ਆ, ਜਿਸ ਦੇ ਨਾਲ ਇਹ ਕੰਪਨੀ ਵੀ ਪ੍ਰੋਫਿਟ ਦੇ ਵਿੱਚ ਆ, ਸ਼ੇਅਰ ਹੋਲਡਰ ਵੀ ਪ੍ਰੋਫਿਟ ਦੇ ਵਿੱਚ ਆ ਤੇ ਲੋਕ ਇਸ ਕੰਪਨੀ ਨੂੰ ਸਟਰੋਂਗਲੀ ਬਾਈ ਵੀ ਕਰ ਰਹੇ ਆ ਤੇ ਹੋਲਡ ਵੀ ਕਰ ਰਹੇ ਆ। ਮੈਨੂੰ ਲੱਗਦਾ ਇਹ ਬਲੂ ਚਿਪ ਦੇ ਵਿੱਚ ਸਭ ਤੋਂ ਵਧੀਆ ਸਟਾਕ ਹੋ ਸਕਦਾ, HC ਸੇਲਸਫੋਰਸ ਤੋਂ ਵੀ ਵਧੀਆ ਇਹ ਸਟਾਕ ਹੋ ਸਕਦਾ। ਤੇ ਲਾਸਟ ਦੇ ਵਿੱਚ ਜੋ ਸਟਾਕ ਆ ਉਹ ਸਾਰਿਆਂ ਨੂੰ ਪਤਾ, ਇਸ ਕੰਪਨੀ ਤੋਂ ਬਿਨਾ ਬਹੁਤ ਸਾਰੀਆਂ ਹੋਰ ਕੰਪਨੀਆਂ ਜਿਹੜੀਆਂ ਚੱਲ ਹੀ ਨਹੀਂ ਸਕਦੀਆਂ। ਇਸ ਸਟਾਕ ਦਾ ਜਾਂ ਇਸ ਕੰਪਨੀ ਦਾ ਨਾਮ ਹੈਗਾ ਅਲੀਬਾਬਾ। ਅਲੀਬਾਬਾ ਤੋਂ ਬਹੁਤ ਸਾਰੇ ਲੋਕ ਘੱਟ ਪੈਸਿਆਂ ਦੇ ਵਿੱਚ ਪ੍ਰੋਡਕਟ ਮੰਗਾਉਂਦੇ ਨੇ ਤੇ ਅੱਗੇ ਵੇਚਦੇ ਨੇ, ਉੱਥੋਂ ਮੈਨੂਫੈਕਚਰ ਕਰਵਾਉਂਦੇ ਨੇ। ਇਸ ਕਰਕੇ ਬਹੁਤ ਸਾਰੀਆਂ ਕੰਟਰੀਆਂ ਜਿਹੜੀਆਂ ਚਾਈਨਾ ਤੇ ਡਿਪੈਂਡੈਂਟ ਨੇ। ਇਹ ਸਟਾਕ ਜਿਹੜਾ ਆ, ਜਦੋਂ ਤੁਸੀਂ ਇਸ ਦੇ ਬਾਰੇ ਵਿੱਚ ਪੂਰਾ ਸੁਣੋਗੇ ਤਾਂ ਹੋਰ ਬਹੁਤ ਸਾਰੇ ਸਟਾਕਸ ਜਿਹੜੇ ਆ ਉਹਨਾਂ ਦਾ ਰੈਵਨਿਊ, ਉਹਨਾਂ ਦੀ ਅਰਨਿੰਗ ਬਹੁਤ ਥੱਲੇ ਰਹਿ ਜਾਏਗੀ। ਪਰ ਇਸ ਕੰਪਨੀ ਨੂੰ ਜਿਹੜਾ ਬਹੁਤ ਸਾਰੇ ਲੋਕ ਸਟਰੋਂਗ ਬਾਈ ਕਰ ਰਹੇ ਨੇ। 2016 ਦੇ ਵਿੱਚ ਇਸ ਸਟਾਕ ਦਾ ਪ੍ਰਾਈਸ ਸਿਰਫ $79 ਸੀ ਤੇ ਅੱਜ 2021 ਦੇ ਵਿੱਚ ਇਸ ਸਟਾਕ ਦਾ ਪ੍ਰਾਈਸ $226 ਹੋ ਚੁੱਕਾ ਤੇ ਇਸ ਦੀ PE ਰੇਸ਼ੋ ਜਿਹੜੀ ਆ ਉਹ 28 ਦੇ ਕਰੀਬ ਆ। ਇਹ ਕੰਪਨੀ ਇਸ ਕਰਕੇ ਵੀ ਵਧੀਆ ਕਿਉਂਕਿ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਜਿਵੇਂ ਕਿ Amazon ਜਾਂ Shopify ਜਾਂ Etsy ਜਾਂ ਹੋਰ ਬਹੁਤ ਸਾਰੇ ਪਲੇਟਫਾਰਮ eBay, ਜਿੱਥੇ ਲੋਕ ਲਿਆ ਕੇ ਚੀਜ਼ਾਂ ਨੂੰ ਸੈੱਲ ਕਰਦੇ ਆ, ਪਹਿਲਾਂ ਹੋਰ ਕਿਤੇ ਉਹ ਬਾਈ ਕਰਦੇ ਆ। ਉਹ ਜ਼ਿਆਦਾਤਰ ਜਿਹੜੇ ਬਾਈ ਕੀਤਾ ਜਾਂਦਾ ਇਸੇ ਕੰਪਨੀ ਦੇ ਥਰੂ ਕੀਤਾ ਜਾਂਦਾ, ਚਾਈਨਾ ਤੋਂ ਬਾਈ ਕੀਤਾ ਜਾਂਦਾ ਤੇ ਘੱਟ ਮੈਨੂਫੈਕਚਰਿੰਗ ਕਾਸਟ ਲੱਗਦੀ ਆ। ਬਹੁਤ ਸਾਰੀਆਂ ਹੋਰ ਕੰਪਨੀਆਂ ਵੀ ਨੇ ਜਿਵੇਂ ਕਿ ਐਪਲ ਦਾ ਨਾਮ ਲੈ ਲਈਏ, ਉਹ ਵੀ ਉੱਥੋਂ ਮੈਨੂਫੈਕਚਰ ਕਰਵਾਉਂਦੇ ਨੇ ਤੇ ਘੱਟ ਪੈਸਿਆਂ 'ਚ ਕਰਵਾਉਂਦੇ ਨੇ ਤੇ ਅੱਗੇ ਬਹੁਤ ਸਾਰੇ ਹਾਈ ਪ੍ਰਾਈਸ ਤੇ ਵੇਚਦੇ ਨੇ। ਇਸ ਕਰਕੇ ਇਸ ਕੰਪਨੀ ਦਾ ਪਹਿਲਾਂ ਰੈਵਨਿਊ ਦੇਖਦੇ ਹਾਂ। 2018 ਦੇ ਵਿੱਚ ਇਸ ਕੰਪਨੀ ਦਾ ਰੈਵਨਿਊ 250 ਬਿਲੀਅਨ ਤੇ ਅਰਨਿੰਗ 40 ਬਿਲੀਅਨ। ਬਾਕੀ ਹੋਰ ਕੰਪਨੀਆਂ 90-100 ਬਿਲੀਅਨ ਤੇ ਸੀ। 250 ਬਿਲੀਅਨ ਦਾ ਰੈਵਨਿਊ 2018 ਦੇ ਵਿੱਚ ਸੀ। ਉਸ ਤੋਂ ਬਾਅਦ 2019 ਦੇ ਵਿੱਚ ਰੈਵਨਿਊ 375 ਬਿਲੀਅਨ ਹੋ ਗਿਆ ਤੇ ਅਰਨਿੰਗ 90 ਬਿਲੀਅਨ ਹੋ ਗਈ। ਮਤਲਬ ਕਿ ਕੰਪਨੀ ਆਪਣੀ ਅਰਨਿੰਗ ਵੀ ਵਧਾ ਰਹੀ ਆ, ਰੈਵਨਿਊ ਤਾਂ ਵੱਧ ਹੀ ਰਿਹਾ। ਉਸ ਤੋਂ ਬਾਅਦ 2020 ਦੇ ਵਿੱਚ ਰੈਵਨਿਊ 500 ਬਿਲੀਅਨ ਹੋ ਗਿਆ ਤੇ ਅਰਨਿੰਗ 150 ਬਿਲੀਅਨ ਹੋ ਗਈ ਤੇ 2021 ਦੇ ਵਿੱਚ ਇਸ ਕੰਪਨੀ ਦੀ ਅਰਨਿੰਗ ਸੇਮ ਹੀ ਰਹੀ ਜਿੰਨੀ ਕਿ 2020 ਦੇ ਵਿੱਚ ਸੀ। ਇੰਨੀ ਕਰੋਨਾ ਦੇ ਪ੍ਰੋਬਲਮ ਦੇ ਵਿੱਚ ਵੀ ਇਹ ਕੰਪਨੀ ਇੰਨਾ ਰੈਵਨਿਊ ਵਧਾ ਗਈ ਤੇ ਇੰਨੀ ਅਰਨਿੰਗ ਵਧਾ ਗਈ। 2021 ਦੇ ਵਿੱਚ ਸੇਮ ਹੀ ਅਰਨਿੰਗ ਰਹੀ, 2020 ਦੇ ਬਰਾਬਰ 150 ਬਿਲੀਅਨ, ਪਰ ਰੈਵਨਿਊ 700 ਬਿਲੀਅਨ ਦਾ ਹੋ ਗਿਆ। ਤੇ ਇਹ ਕੰਪਨੀ ਇੰਨੀ ਸਟਰੋਂਗ ਆ ਫੰਡਾਮੈਂਟਲੀ ਇਨ ਫਿਊਚਰ ਦੇ ਵਿੱਚ, ਜਾਂ ਹੋਰ ਕੰਪਨੀਆਂ ਜਿਹੜੀਆਂ ਵੀ ਇਸ ਦੇ ਥਰੂ ਕੰਮ ਕਰਦੀਆਂ, ਜੇ ਲੋਕ ਇੱਥੋਂ ਬਾਈ ਕਰਕੇ ਉਹਨਾਂ ਕੰਪਨੀਆਂ ਤੇ ਸੈੱਲ ਨਾ ਕਰਨ ਤੇ ਉਹ ਕੰਪਨੀਆਂ ਵੀ ਕਾਫੀ ਘਾਟੇ ਦੇ ਵਿੱਚ ਜਾ ਸਕਦੀਆਂ। ਜਾਂ ਉਹ ਕੰਪਨੀਆਂ ਦੇ ਉੱਤੇ ਲੋਕ ਜਿਹੜੇ ਸੈੱਲ ਕਰਦੇ ਆ, ਜੇ ਉਹਨਾਂ ਨੂੰ ਪ੍ਰੋਡਕਟ ਸਹੀ ਰੇਟ ਤੇ ਨਾ ਮਿਲਣਗੇ ਤਾਂ ਲੋਕ ਅੱਗੇ ਵੇਚਣਗੇ ਨਹੀਂ। ਇਸ ਕਰਕੇ ਇਹ ਕੰਪਨੀ ਦਾ ਫੰਡਾਮੈਂਟਲ ਸਟਰਕਚਰ, ਟੀਮ, ਪੈਸਾ ਕੰਪਨੀ ਕੋਲ ਬਹੁਤ ਆ, ਕੈਸ਼ ਫਲੋ, ਇਹ ਚਾਰੇ ਕੰਪਨੀਆਂ ਤੋਂ ਬਹੁਤ ਆ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਚਾਰ ਕੰਪਨੀਆਂ, ਜੇ ਇਹ ਕੰਪਨੀਆਂ ਕੋਈ 100%, ਕੋਈ 200% ਗਰੋ ਕੀਤੀਆਂ ਤੇ ਇਨ ਫਿਊਚਰ ਦੇ ਵਿੱਚ ਇਹ ਤੋਂ ਵੀ ਡਬਲ ਕਰਨਗੀਆਂ। ਅਲੀਬਾਬਾ ਦਾ ਜਿਹੜਾ ਪਰਸੈਂਟੇਜ ਆ 2016 ਤੋਂ ਲੈ ਕੇ 2021 ਤੱਕ 185% ਆ। ਜ਼ਿਆਦਾ ਗਰੋਥ ਨਹੀਂ, ਪਰ 185%, 4 ਸਾਲਾਂ ਦੇ ਵਿੱਚ 185% ਪੈਸਾ ਵੱਧ ਜਾਣਾ। ਕਿਤੇ ਹੋਰ ਵੀ ਨਹੀਂ ਵੱਧ ਸਕਦਾ। ਤੁਸੀਂ ਆਪਣਾ ਬਿਜ਼ਨਸ ਵੀ ਖੋਲੋ, ਉਹਦੇ ਤੇ ਵੀ ਤੁਸੀਂ ਪਹਿਲਾਂ ਪੈਸਾ ਲਗਾਉਂਦੇ ਆ, ਫਿਰ ਜਾ ਕੇ ਤੁਹਾਡਾ ਪੈਸਾ ਗਰੋ ਕਰਨ ਲੱਗਦਾ। ਕਾਫੀ ਵਾਰ ਤੁਹਾਨੂੰ ਘਾਟਾ ਹੁੰਦਾ, ਕਾਫੀ ਵਾਰ ਪ੍ਰੋਫਿਟ ਹੁੰਦਾ। ਇਸ ਕਰਕੇ ਮੈਨੂੰ ਲੱਗਾ ਕਿ ਇਹ ਵਾਲੇ ਬਲੂ ਚਿਪ ਤੁਹਾਡੇ ਨਾਲ ਸਾਂਝੇ ਕਰਨੇ ਚਾਹੀਦੇ ਆ ਕਿਉਂਕਿ ਬਹੁਤ ਸਟਰੋਂਗ ਕੰਪਨੀਆਂ ਨੇ। ਇਹਨਾਂ ਦੇ ਵਿੱਚ ਜਦੋਂ ਤੁਸੀਂ ਪੈਸਾ ਲਾਉਣਾ ਤੇ ਤੁਸੀਂ ਆਪਣੀ ਰਿਸਰਚ ਜ਼ਰੂਰ ਕਰਿਓ, ਪਹਿਲਾਂ ਦੇਖਿਓ ਜ਼ਰੂਰ ਕਿ ਕੰਪਨੀਆਂ ਕੀ ਨੇ, ਕੀ ਕੰਮ ਕਰਦੀਆਂ ਨੇ, ਕਿਹੜੇ ਸੈਕਟਰ ਦੇ ਵਿੱਚ ਨੇ, ਫਿਰ ਪੈਸਾ ਇਨਵੈਸਟ ਕਰਿਓ। ਵੈਸੇ ਮੇਰੇ ਕਹੇ ਤੇ ਨਾ ਲਾਇਓ। ਆਈ ਹੋਪ ਤੁਹਾਡੇ ਲਈ ਇਹ ਵੀਡੀਓ ਹੈਲਪਫੁਲ ਹੋਵੇਗੀ। ਤੁਸੀਂ ਇਹ ਕੰਪਨੀਆਂ ਦੇ ਬਾਰੇ ਵਿੱਚ ਜੇ ਪੈਸਾ ਇਨਵੈਸਟ ਕਰਨਾ ਤਾਂ ਆਪਣੀ ਰਿਸਰਚ ਕਰਕੇ ਕਰੋਗੇ। ਜੇ ਵੀਡੀਓ ਵਧੀਆ ਲੱਗੀ ਦੁਬਾਰਾ ਤੋਂ ਲਾਈਕ ਜ਼ਰੂਰ ਕਰ ਦਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ, ਚੈਨਲ ਸਬਸਕ੍ਰਾਈਬ ਕਰ ਲਿਓ। ਅੱਗੇ ਤੋਂ ਵਧੀਆ ਵੀਡੀਓਜ਼ ਤੁਹਾਡੇ ਲਈ, ਵੈਲਿਊ ਵਾਲੀਆਂ ਵੀਡੀਓਜ਼ ਲੈ ਕੇ ਆਉਂਦਾ ਰਹਾਂਗਾ। ਧੰਨਵਾਦ।